ਸੰਖਿਆ 120 ਦੇ ਸਾਰੇ ਗੁਣਨਖੰਡ ਲਿਖੋ। ਤਾਂ ਅਸੀਂ ਲਿਖ ਲੈਂਦੇ ਹਾਂ। ਪਰ ਜਦੋਂ ਅਸੀਂ ਗੁਣਨਖੰਡਾਂ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਡੇ ਮਾਈਂਡ ਦੇ ਵਿੱਚ ਜੋ ਗੁਣਨਖੰਡ ਆਉਂਦਾ ਹੈ ਉਹ ਹੈ 1। ਮਤਲਬ ਕਿ ਜੋ 1 ਹੈ ਉਹ ਹਰੇਕ ਸੰਖਿਆ ਦਾ ਗੁਣਨਖੰਡ ਹੁੰਦਾ ਹੈ। ਤਾਂ ਅਸੀਂ ਆਓ ਇਹਨੂੰ ਲਿਖ ਲੈਂਦੇ ਹਾਂ। 120 ਬਰਾਬਰ ਹੈ 1 ਗੁਣਾ 120। ਇਸ ਦਾ ਮਤਲਬ ਕਿ ਜੇ ਅਸੀਂ 120 ਨੂੰ 1 ਨਾਲ ਭਾਗ ਕਰ ਦਈਏ ਤਾਂ ਸਾਡੇ ਕੋਲ ਕੁਛ ਵੀ ਬਾਕੀ ਨਹੀਂ ਬਚਦਾ ਅਤੇ ਭਾਜਕ ਦੇ ਰੂਪ 'ਚ ਸਾਨੂੰ ਇੱਕ ਪੂਰਨ ਸੰਖਿਆ ਪ੍ਰਾਪਤ ਹੁੰਦੀ ਹੈ। ਅਤੇ ਇਸੇ ਤਰ੍ਹਾਂ ਜੇ ਅਸੀਂ 120 ਨੂੰ 120 ਨਾਲ ਭਾਗ ਕਰ ਦਈਏ ਤਾਂ ਵੀ ਸਾਡੇ ਕੋਲ ਕੁਛ ਬਾਕੀ ਨਹੀਂ ਬਚਦਾ ਅਤੇ ਭਾਜਕ ਦੇ ਰੂਪ 'ਚ ਸਾਨੂੰ ਇੱਕ ਪੂਰਨ ਸੰਖਿਆ ਪ੍ਰਾਪਤ ਹੋਵੇਗੀ। ਅਤੇ ਇਹਦਾ ਮਤਲਬ ਕੀ ਹੈ ਕਿ ਸਾਨੂੰ ਦੋ ਗੁਣਨਖੰਡ ਮਿਲ ਗਏ ਨੇ 1 ਅਤੇ 120 ਜਿਹੜੇ 120 ਦੇ ਗੁਣਨਖੰਡ ਨੇ। ਤਾਂ ਹੁਣ ਇੱਥੇ ਮੈਂ ਤੁਹਾਨੂੰ ਇੱਕ ਹੋਰ ਵੀ ਗੱਲ ਦੱਸਦਾ ਕਿ ਜੇ ਅਸੀਂ 120 ਦੇ ਸਭ ਤੋਂ ਵੱਡੇ ਗੁਣਨਖੰਡ ਦੀ ਗੱਲ ਕਰੀਏ ਤਾਂ ਉਹ ਸਾਡੇ ਕੋਲ ਕੀ ਹੋਵੇਗਾ 120 ਹੀ ਹੋਵੇਗਾ। ਕਿਉਂਕਿ ਜੇ ਮੰਨ ਲਓ ਕੋਈ ਅਸੀਂ ਇਸ ਤੋਂ ਵੱਡੀ ਸੰਖਿਆ ਲੈਂਦੇ ਹਾਂ, ਮੰਨ ਲਓ ਮੈਂ 125 ਸੰਖਿਆ ਲਿੱਤੀ, ਜੇ ਮੈਂ ਉਹਨੂੰ 120 ਨਾਲ ਭਾਗ ਕਰੂੰਗਾ, ਡਿਵਾਈਡ ਕਰੂੰਗਾ ਤਾਂ ਮੇਰੇ ਕੋਲ ਰਿਮਾਈਂਡਰ ਦੇ ਵਿੱਚ ਕੁਛ ਨਾ ਕੁਛ ਬਾਕੀ ਬਚੇਗਾ। ਤਾਂ ਇੱਥੋਂ ਅਸੀਂ ਇਹ ਕਹਿ ਸਕਦੇ ਹਾਂ ਕਿ ਇੱਕ ਦਿੱਤੀ ਹੋਈ ਸੰਖਿਆ ਦਾ ਹਰੇਕ ਗੁਣਨਖੰਡ ਉਸ ਸੰਖਿਆ ਤੋਂ ਛੋਟਾ ਜਾਂ ਉਸ ਦੇ ਬਰਾਬਰ ਹੁੰਦਾ ਹੈ, ਉਸ ਤੋਂ ਵੱਡਾ ਨਹੀਂ ਹੁੰਦਾ। ਇੱਕ ਅਸੀਂ ਲਾਈਨ ਲਗਾ ਲੈਂਦੇ ਹਾਂ ਅਤੇ ਇੱਧਰਲੇ ਪਾਸੇ ਅਸੀਂ ਸਾਰੇ ਗੁਣਨਖੰਡ ਇੱਕ ਲਾਈਨ 'ਚ ਲਿਖੀ ਜਾਵਾਂਗੇ। ਆ ਕੇ ਸਾਡੇ ਕੋਲ 120 ਦੇ ਸਾਰੇ ਗੁਣਨਖੰਡ ਅਸੀਂ ਇਹਦੇ ਨੀਚੇ ਲਿਖਾਂਗੇ। 120 ਦੇ ਸਾਰੇ ਗੁਣਨਖੰਡ ਜਿਵੇਂ ਸਾਡੇ ਕੋਲ ਪਹਿਲਾ ਹੈ 1 ਅਤੇ ਉਸ ਤੋਂ ਬਾਅਦ ਸਾਨੂੰ ਹੋਇਆ ਮਿਲਿਆ ਹੈ ਸਾਨੂੰ 120। ਤਾਂ 1 ਤੋਂ ਬਾਅਦ ਅਸੀਂ ਗੱਲ ਕਰਦੇ ਹਾਂ 2 ਦੇ ਨਾਲ, ਕਿ ਦੇਖਦੇ ਹਾਂ ਕਿ 2 120 ਦਾ ਗੁਣਨਖੰਡ ਹੈ ਜਾਂ ਨਹੀਂ। ਤਾਂ ਹੁਣ ਜੇ ਅਸੀਂ 2 ਦੇ ਨਾਲ ਭਾਗਯੋਗਤਾ ਨਿਯਮ ਦੀ ਗੱਲ ਕਰੀਏ ਉਸ ਦੇ ਵਿੱਚ ਕੀ ਹੈ ਕਿ ਜੇ ਕਿਸੇ ਵੀ ਸੰਖਿਆ ਦੀ ਇਕਾਈ ਸਥਾਨ 'ਤੇ 0 2 4 6 8 ਆ ਜਾਵੇ ਤਾਂ ਉਹ ਸੰਖਿਆ 2 ਦੇ ਨਾਲ ਭਾਗ ਹੁੰਦੀ ਹੈ। ਤਾਂ ਇੱਥੇ ਸਾਡੇ ਕੋਲ 0 ਹੈ, ਇਹਦਾ ਮਤਲਬ ਕਿ ਜਿਹੜੀ ਇਹ ਸੰਖਿਆ 120 2 ਦੇ ਨਾਲ ਪੂਰੀ ਭਾਗ ਹੋਵੇਗੀ। ਤਾਂ ਅਸੀਂ ਤੁਹਾਨੂੰ ਭਾਗ ਵੀ ਕਰਕੇ ਦਿਖਾ ਦਿੰਦੇ ਹਾਂ। 120 ਨੂੰ 2 ਛਿੱਕੇ 12, 12 ਚੋਂ 12 ਘਟਾਓ ਕਰੀਏ 0, ਉੱਪਰੋਂ ਲੈ ਕੇ ਆਂਦੀ 0 2 0 0 0 ਚੋਂ 0 ਘਟਾਓ ਕਰੀਏ 0। ਇਹਦਾ ਮਤਲਬ ਕਿ ਸਾਡੇ ਕੋਲ ਕਿੰਨਾ ਆ ਗਿਆ 60। ਜੇ ਅਸੀਂ 60 ਨੂੰ 2 ਨਾਲ ਗੁਣਾ ਕਰ ਦਿੰਦੇ ਹਾਂ ਤਾਂ ਸਾਡੇ ਕੋਲ 120 ਆ ਜਾਂਦਾ। ਅਤੇ ਇੱਥੇ ਸਾਡਾ ਆਇਆ ਸੀ 60, ਮਤਲਬ ਕਿ ਸਾਨੂੰ ਦੋ ਗੁਣਨਖੰਡ ਹੋਰ ਮਿਲ ਗਏ ਨੇ 2 ਅਤੇ 60। ਹੁਣ ਅਸੀਂ ਅੱਗੇ 2 ਤੋਂ ਬਾਅਦ 3 ਨਾਲ ਗੱਲ ਕਰਦੇ ਹਾਂ ਕਿ 120 ਦਾ 3 ਗੁਣਨਖੰਡ ਹੈ ਜਾਂ ਨਹੀਂ। ਹੁਣ ਜੇ ਅਸੀਂ 3 ਦੇ ਭਾਗਯੋਗਤਾ ਨਿਯਮ ਦੀ ਗੱਲ ਕਰੀਏ ਉਸ ਦੇ ਵਿੱਚ ਕੀ ਹੈ ਕਿ ਜਿਹੜੀ ਸੰਖਿਆ ਦਿੱਤੀ ਹੋਈ ਹੈ ਜੇ ਅਸੀਂ ਉਸਦੇ ਅੰਕਾਂ ਦਾ ਜੋੜ ਕਰ ਲਈਏ, ਜਿਵੇਂ ਸਾਡੇ ਕੋਲ ਅੰਕ ਨੇ 1 2 ਅਤੇ 0, ਜੇ ਅਸੀਂ ਇਹਨਾਂ ਦੇ ਅੰਕਾਂ ਦਾ ਜੋੜ ਕਰ ਲਈਏ, ਆਪਾਂ ਜੋੜ ਕਰ ਲੈਂਦੇ ਹਾਂ 2 ਅਤੇ 1 3, 3 ਦੇ ਵਿੱਚ 0 ਜੋੜੀਏ 3। ਤਾਂ ਜਿਹੜਾ ਜੋੜਫਲ ਹੈ ਜੇ ਉਹ 3 ਨਾਲ ਭਾਗ ਹੁੰਦਾ ਹੈ ਤਾਂ ਉਹ ਸਾਰੀ ਸੰਖਿਆ 3 ਦੇ ਨਾਲ ਭਾਗ ਹੋਵੇਗੀ। ਤਾਂ ਇੱਥੇ ਜੋੜਫਲ ਸਾਡੇ ਕੋਲ 3 ਹੈ ਅਤੇ 3 3 ਨਾਲ ਭਾਗ ਹੁੰਦਾ ਹੈ, ਤਾਂ ਜਿਹੜਾ 120 ਹੈ 3 ਦੇ ਨਾਲ ਭਾਗ ਹੋਵੇਗਾ। ਤਾਂ ਅਸੀਂ ਤੁਹਾਨੂੰ ਇੱਥੇ ਭਾਗ ਕਰਕੇ ਵੀ ਦਿਖਾ ਦਿੰਦੇ ਹਾਂ। 120 ਨੂੰ 3 ਨਾਲ ਭਾਗ ਕੀਤਾ, 3 ਚੌਕੇ 12, 12 ਚੋਂ 12 ਘਟਾਓ ਕਰੀਏ 0, ਉੱਪਰੋਂ ਲੈ ਕੇ ਆਂਦੀ 0, ਉਹਦੇ 3 0 0 0 ਚੋਂ 0 ਘਟਾਓ ਕਰੀਏ 0। ਇਹਦਾ ਮਤਲਬ ਕਿ ਭਾਗ ਕਰੇ ਸਾਡੇ ਕੋਲ ਕਿੰਨਾ ਆਇਆ 40। ਅਸੀਂ 40 ਨੂੰ 3 ਨਾਲ ਗੁਣਾ ਕਰ ਦਿੰਦੇ ਹਾਂ ਸਾਡੇ ਕੋਲ ਕਿੰਨਾ ਆ ਜਾਂਦਾ 120। ਤਾਂ ਅਸੀਂ ਇੱਥੇ ਲਿਖ ਲੈਂਦੇ ਹਾਂ ਇਹਨੂੰ ਮਿਟਾ ਕੇ, ਅੱਗੇ ਅਸੀਂ ਇੱਥੇ ਹੋਰ ਸੰਖਿਆਵਾਂ ਨੂੰ ਵੀ ਅੱਗੇ ਹੱਲ ਕਰ ਸਕੀਏ। 40 ਆਇਆ ਸੀ, 3 ਚੌਕੇ 12, ਹੁਣ ਸਾਡੇ ਕੋਲ 2 ਫੈਕਟਰ ਸਾਨੂੰ ਹੋਰ ਮਿਲ ਗਏ 3 ਅਤੇ 40। ਤਾਂ ਹੁਣ ਅਸੀਂ ਅੱਗੇ ਵੀ ਚੱਲਦੇ ਹਾਂ। ਅੱਗੇ ਸਾਡੇ ਕੋਲ ਹੈ 3 ਤੋਂ ਬਾਅਦ 4, ਤਾਂ ਅਸੀਂ ਦੇਖਦੇ ਹਾਂ ਕਿ 4 ਜਿਹੜਾ 120 ਦਾ ਗੁਣਨਖੰਡ ਹੈ ਜਾਂ ਨਹੀਂ। ਹੁਣ ਜੇ ਅਸੀਂ 4 ਦੇ ਨਾਲ ਭਾਗਯੋਗਤਾ ਨਿਯਮ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਕੀ ਹੈ ਕਿ ਜੇ ਕਿਸੇ ਵੀ ਸੰਖਿਆ ਦੀ ਇਕਾਈ ਅਤੇ ਦਹਾਈ ਦੇ ਸਥਾਨ 'ਤੇ ਜੋ ਅੰਕ ਨੇ ਉਹਨਾਂ ਤੋਂ ਬਣੀ ਸੰਖਿਆ ਜੇ 4 ਦੇ ਨਾਲ ਭਾਗ ਹੁੰਦੀ ਹੈ ਤਾਂ ਉਹ ਸੰਖਿਆ ਪੂਰੀ ਦੀ ਪੂਰੀ 4 ਨਾਲ ਭਾਗ ਹੋਵੇਗੀ। ਜਿਵੇਂ ਉਰੇ ਸਾਡੇ ਕੋਲ ਕੀ ਬਣਦਾ 20 ਆ, ਅਤੇ 20 ਜਿਹੜਾ ਵਾ ਉਹ 4 ਦੇ ਨਾਲ ਭਾਗ ਹੁੰਦਾ ਹੈ। ਤਾਂ ਇਹਦਾ ਮਤਲਬ ਕਿ ਜਿਹੜਾ 120 ਆ ਉਹ 4 ਦੇ ਨਾਲ ਪੂਰਾ ਭਾਗ ਹੋਵੇਗਾ। ਤਾਂ ਅਸੀਂ ਤੁਹਾਨੂੰ ਭਾਗ ਕਰਕੇ ਵੀ ਦਿਖਾ ਦਿੰਦੇ ਹਾਂ। 4 ਤੀਏ 12, 12 ਚੋਂ 12 ਕੱਢੀਏ 0, ਉੱਪਰੋਂ ਲਿਆਂਦਾ 0 ਨੀਚੇ, 4 0 0 0 ਚੋਂ 0 ਘਟਾਓ ਕਰੀਏ 0। ਇਹਦਾ ਮਤਲਬ ਕਿ 30 ਆਇਆ, 30 ਨੂੰ ਅਸੀਂ 4 ਨਾਲ ਗੁਣਾ ਕਰ ਦਿੰਦੇ ਹਾਂ ਸਾਡੇ ਕੋਲ ਕਿੰਨਾ ਆ ਜਾਂਦਾ 120। ਤਾਂ ਅਸੀਂ ਇੱਥੇ ਲਿਖ ਲੈਂਦੇ ਹਾਂ 4 ਗੁਣਾ 30। ਤਾਂ ਸਾਡੇ ਕੋਲ 2 ਫੈਕਟਰ ਸਾਨੂੰ ਹੋਰ ਪਤਾ ਲੱਗੇ 4 ਅਤੇ 30। ਤਾਂ ਹੁਣ ਅਸੀਂ ਚੱਲਦੇ ਹਾਂ 5 ਵੱਲੀ।
ਅਤੇ ਦੇਖਦੇ ਹਾਂ ਕਿ 5 120 ਦਾ ਗੁਣਨਖੰਡ ਹੈ ਜਾਂ ਨਹੀਂ। ਤਾਂ ਹੁਣ ਜੇ ਅਸੀਂ 5 ਦੇ ਨਾਲ ਭਾਗਯੋਗਤਾ ਨਿਯਮ ਦੀ ਗੱਲ ਕਰੀਏ, ਉਸ ਦੇ ਵਿੱਚ ਕੀ ਹੈ ਕਿ ਜੇ ਕਿਸੇ ਵੀ ਸੰਖਿਆ ਦੀ ਇਕਾਈ ਸਥਾਨ 'ਤੇ 0 ਅਤੇ 5 ਹੋਵੇ ਤਾਂ ਉਹ ਸੰਖਿਆ 5 ਨਾਲ ਭਾਗ ਹੁੰਦੀ ਹੈ। ਤਾਂ ਇੱਥੇ ਸਾਡੇ ਕੋਲ 0 ਹੀ ਹੈ ਇਕਾਈ ਦੇ ਸਥਾਨ 'ਤੇ, ਤਾਂ ਇਹ ਜਿਹੜਾ 120 ਆ 5 ਨਾਲ ਭਾਗ ਹੋਵੇਗਾ। ਤਾਂ ਅਸੀਂ ਤੁਹਾਨੂੰ ਭਾਗ ਕਰਕੇ ਵੀ ਦਿਖਾ ਦਿੰਦੇ ਹਾਂ। 5 ਦੂਣੀ 10, 12 ਚੋਂ 10 ਕੱਢੀਏ 2 ਬਾਕੀ, ਉੱਪਰੋਂ ਲਿਆਂਦੀ 0, ਬਣ ਗਏ 20, 5 ਚੌਕਾ 20, ਮਤਲਬ 20 ਚੋਂ 20 ਕੱਢੀਏ 0, ਸਾਡੇ ਕੋਲ 0 ਬਾਕੀ ਬਚਿਆ। ਤਾਂ ਇਹਦਾ ਮਤਲਬ ਕਿ 24 ਆਇਆ। ਜੇ 24 ਨੂੰ ਅਸੀਂ 5 ਨਾਲ ਗੁਣਾ ਕਰ ਦਿੰਦੇ ਹਾਂ ਤਾਂ ਸਾਡੇ ਕੋਲ ਕਿੰਨਾ ਆ ਜਾਂਦਾ 120। ਤਾਂ ਅਸੀਂ ਇੱਥੇ ਲਿਖ ਲੈਂਦੇ ਹਾਂ 5 ਗੁਣਾ 24। ਤਾਂ ਸਾਡੇ ਕੋਲ 2 ਫੈਕਟਰ ਹੋਰ ਆ ਗਏ, 5 ਅਤੇ 24। ਹੁਣ 5 ਤੋਂ ਬਾਅਦ ਜੇ ਅਸੀਂ ਦੇਖਦੇ ਹਾਂ 6, ਕਿ 6 120 ਦਾ ਗੁਣਨਖੰਡ ਹੈ ਜਾਂ ਨਹੀਂ। ਹੁਣ ਅਸੀਂ 6 ਦੇ ਨਾਲ ਭਾਗਯੋਗਤਾ ਨਿਯਮ ਦੇਖਦੇ ਹਾਂ ਕਿ ਜੇ ਕੋਈ ਸੰਖਿਆ 2 ਅਤੇ 3 ਦੋਹਾਂ ਦੇ ਨਾਲ ਭਾਗ ਹੁੰਦੀ ਹੈ ਤਾਂ ਉਹ ਸੰਖਿਆ ਵੀ 6 ਦੇ ਨਾਲ ਭਾਗ ਹੋਵੇਗੀ। ਤਾਂ ਅਸੀਂ ਇੱਥੇ ਦੇਖ ਵੀ ਲੈਂਦੇ ਹਾਂ 6 ਦੂਣੀ 12, ਆ ਨਾਲ ਲੱਗ ਗਈ 0, ਮਤਲਬ ਕਿ ਵੀ ਜੇ 20 ਨੂੰ ਅਸੀਂ 6 ਨਾਲ ਗੁਣਾ ਕਰਦੀ ਸਾਡੇ ਕੋਲ ਕਿੰਨਾ ਆ ਜਾਂਦਾ 120। ਤਾਂ ਸਾਡੇ ਕੋਲ 2 ਫੈਕਟਰ ਹੋਰ ਆ ਗਏ 6 ਅਤੇ 20। ਤਾਂ ਇਸ ਤੋਂ ਅੱਗੇ 6 ਤੋਂ ਬਾਅਦ ਅਸੀਂ 7 ਦੇਖਦੇ ਹਾਂ। ਅਤੇ ਹੁਣ ਅਸੀਂ 7 ਨਾਲ ਵੀ ਭਾਗ ਕਰਕੇ ਦੇਖ ਲੈਂਦੇ ਹਾਂ 120 ਨੂੰ। 7 ਏਕਮ 7, ਬਚ ਗਏ 12 ਚੋਂ 7 ਘਟਾਓ ਕੀਤੇ 5 ਬਾਕੀ, ਉੱਪਰੋਂ ਲਿਆਂਦੀ 0, ਅਤੇ ਬਣ ਗਿਆ ਸਾਡੇ ਕੋਲ 50। ਅਤੇ 7 7 ਹੀ ਹੁੰਦਾ 49, 50 ਦੇ ਵਿੱਚੋਂ 49 ਘਟਾਓ ਕੀਤੇ ਸਾਡੇ ਕੋਲ 1 ਬਾਕੀ। ਤਾਂ ਇਹਦਾ ਮਤਲਬ ਕਿ ਸਾਡੇ ਕੋਲ 1 ਬਾਕੀ ਬਚ ਗਿਆ। ਤਾਂ 7 ਜਿਹੜਾ ਉਹ 120 ਦੇ ਨੂੰ ਪੂਰਾ ਭਾਗ ਨਹੀਂ ਕਰਦਾ, ਇਸ ਲਈ 7 ਜਿਹੜਾ ਉਹ 120 ਦਾ ਗੁਣਨਖੰਡ ਨਹੀਂ ਹੈ। ਹੁਣ ਅਸੀਂ 7 ਤੋਂ ਬਾਅਦ 7 ਨੂੰ ਵਟੇ ਕੇ ਅਸੀਂ ਉਰੇ 8 ਲਿਖ ਲੈਂਦੇ ਹਾਂ। ਆਓ ਹੁਣ ਅਸੀਂ 120 ਨੂੰ 8 ਦੇ ਨਾਲ ਭਾਗ ਕਰਕੇ ਦੇਖਦੇ ਹਾਂ। 8 ਏਕਮ 8, 12 ਚੋਂ 8 ਘਟਾਓ ਕਰੀਏ 4 ਬਾਕੀ, ਉੱਪਰੋਂ ਲਿਆਂਦੀ 0, ਇਹ ਬਣ ਗਿਆ 40, 8 5 40, 40 ਚੋਂ 40 ਕੱਢੀਏ 0, ਮਤਲਬ ਕਿ ਸਾਡੇ ਕੋਲ 0 ਬਾਕੀ ਬਚਿਆ। ਅਤੇ ਸਾਡੇ ਕੋਲ ਕਿੰਨਾ ਆ ਗਿਆ 15, ਵੀ ਜੇ ਅਸੀਂ 15 ਨੂੰ 8 ਨਾਲ ਗੁਣਾ ਕਰ ਦਿੰਦੇ ਹਾਂ ਸਾਡੇ ਕੋਲ ਕਿੰਨਾ ਆ ਜਾਂਦਾ 120 ਆ ਜਾਂਦਾ। ਇੱਥੇ ਲਿਖ ਦਿੰਦੇ ਹਾਂ ਅਸੀਂ 8 ਗੁਣਾ 15, ਮਤਲਬ ਕਿ ਸਾਡੇ ਕੋਲ ਹੋਰ 2 ਫੈਕਟਰ ਸਾਨੂੰ ਪਤਾ ਲੱਗ ਗਏ 8 ਅਤੇ 15। ਹੁਣ 8 ਤੋਂ ਬਾਅਦ ਚੱਲਦੇ ਹਾਂ ਅਸੀਂ 9 ਵੱਲੀ, ਦੇਖਦੇ ਹਾਂ ਕਿ 9 120 ਦਾ ਗੁਣਨਖੰਡ ਹੈ ਜਾਂ ਨਹੀਂ। ਅਤੇ ਜੇ ਅਸੀਂ 9 ਦੇ ਭਾਗਯੋਗਤਾ ਨਿਯਮ ਦੀ ਗੱਲ ਕਰੀਏ, ਉਸ ਦੇ ਵਿੱਚ ਕੀ ਹੈ ਕਿ ਜਿਹੜੀ ਆ ਸਾਡੇ ਕੋਲ ਸੰਖਿਆ, ਜੇ ਅਸੀਂ ਇਹਨਾਂ ਦੇ ਅੰਕਾਂ ਦਾ ਜੋੜ ਕਰ ਲਈਏ, ਅਸੀਂ ਪਹਿਲਾਂ ਅੰਕਾਂ ਦਾ ਜੋੜ ਕਰ ਲੈਂਦੇ ਹਾਂ। ਸਾਡੇ ਕੋਲ ਕਿੰਨਾ ਆ ਗਿਆ 2 ਅਤੇ 1 3, 3 ਅਤੇ ਵਿੱਚ 0 ਜੋੜੀਏ 3। ਤਾਂ ਜਿਹੜਾ ਜੋੜਫਲ ਹੈ ਜੇ 9 ਦੇ ਨਾਲ ਭਾਗ ਹੁੰਦਾ ਹੈ ਤਾਂ ਸਾਰੀ ਸੰਖਿਆ 9 ਦੇ ਨਾਲ ਭਾਗ ਹੋਵੇਗੀ। ਤਾਂ ਇੱਥੇ ਸਾਡੇ ਕੋਲ ਜੋੜਫਲ 3 ਆਇਆ। ਅਤੇ ਜਿਹੜਾ 3 9 ਦੇ ਨਾਲ ਭਾਗ ਨਹੀਂ ਹੁੰਦਾ, ਭਾਵ ਕਿ ਜਿਹੜਾ 3 ਹੈ ਉਹ 9 ਦੇ ਪਹਾੜੇ 'ਚ ਨਹੀਂ ਆਉਂਦਾ। ਤਾਂ ਇਸ ਲਈ ਜਿਹੜੀ 9 ਸੰਖਿਆ ਹੈ ਉਹ 120 ਦਾ ਗੁਣਨਖੰਡ ਨਹੀਂ ਹੈ। ਤਾਂ ਅਸੀਂ ਇੱਥੇ ਹੁਣ 9 ਦੀ ਜਗ੍ਹਾ 'ਤੇ 10 ਨਾਲ ਚੈੱਕ ਕਰ ਦਿੰਦੇ ਹਾਂ। ਅਤੇ ਹੁਣ ਸਾਨੂੰ 10 ਦੇ ਨਾਲ ਭਾਗਯੋਗਤਾ ਨਿਯਮ ਪਤਾ ਕਿ ਜੇ ਕਿਸੇ ਸੰਖਿਆ ਦੀ ਇਕਾਈ ਸਥਾਨ 'ਤੇ 0 ਆ ਜਾਵੇ ਤਾਂ ਉਹ ਸਾਰੀ ਸੰਖਿਆ 10 ਦੇ ਨਾਲ ਭਾਗ ਹੁੰਦੀ ਹੈ। ਤਾਂ ਇੱਥੇ 0 ਹੈ, ਮਤਲਬ ਕਿ 120 ਹੈ ਜਿਹੜਾ 10 ਨਾਲ ਭਾਗ ਹੋਵੇਗਾ। ਤਾਂ ਅਸੀਂ ਜੇ 12 ਨੂੰ 10 ਨਾਲ ਗੁਣਾ ਕਰ ਦਈਏ ਤਾਂ ਸਾਡੇ ਕੋਲ ਕਿੰਨਾ ਆ ਜਾਊਗਾ 120। ਅਤੇ ਸਾਨੂੰ ਹੋਰ 2 ਗੁਣਨਖੰਡ ਮਿਲ ਗਏ ਨੇ 10 ਅਤੇ 12। ਅਤੇ ਹੁਣ 10 ਅਤੇ 12 ਦੇ ਵਿਚਕਾਰ ਸਾਡੇ ਕੋਲ ਇੱਕ ਸੰਖਿਆ ਰਹਿ ਗਈ 11। ਤਾਂ ਅਸੀਂ ਉਹਨੂੰ ਵੀ ਚੈੱਕ ਕਰ ਲੈਂਦੇ ਹਾਂ ਕਿ ਉਹ 120 ਦਾ ਗੁਣਨਖੰਡ ਹੈ ਜਾਂ ਨਹੀਂ। 11 ਏਕਮ 11, 12 ਦੇ ਵਿੱਚੋਂ 11 ਕੱਢੀਏ 1 ਬਾਕੀ, ਉੱਪਰੋਂ ਲਿਆਂਦੀ 0, ਅਤੇ ਬਣ ਗਿਆ 10, 11 0 0, 10 ਚੋਂ 0 ਘਟਾਓ ਕਰੀਏ 10 ਬਾਕੀ। ਇਸਦਾ ਮਤਲਬ ਬਾਕੀ ਸਾਡੇ ਕੋਲ 10 ਬਚਿਆ। ਇਹਦਾ ਮਤਲਬ ਕਿ ਜਿਹੜਾ 11 ਉਹ 120 ਨੂੰ ਪੂਰਾ ਨਹੀਂ ਬਣਦਾ, ਇਸ ਲਈ 11 ਜਿਹੜਾ ਉਹ 120 ਦਾ ਗੁਣਨਖੰਡ ਨਹੀਂ ਹੈ। ਤਾਂ ਹੁਣ 11 ਤੋਂ ਬਾਅਦ ਸਾਨੂੰ ਅੱਗੇ ਪਤਾ ਹੀ ਆ 12 15 20। ਤਾਂ ਅਸੀਂ ਇਹ ਕਿ ਮਤਲਬ 120 ਦੇ ਸਭ ਤੋਂ ਛੋਟੇ ਤੋਂ ਲੈ ਕੇ ਸਭ ਤੋਂ ਵੱਡੇ ਤੱਕ ਗੁਣਨਖੰਡ ਸਾਨੂੰ ਪ੍ਰਾਪਤ ਹੋ ਗਏ ਨੇ। ਅਤੇ ਗਿਣਤੀ ਦੇ ਵਿੱਚ ਕਿੰਨੇ ਸਾਡੇ ਕੋਲ 1 2 3 4 5 6 7 8 9 10 11 12 13 14 15 16, ਮਤਲਬ ਕੁੱਲ ਕਿੰਨੇ ਨੇ ਸਾਡੇ ਕੋਲ 120 ਦੇ ਕੁੱਲ ਗੁਣਨਖੰਡ ਸਾਡੇ ਕੋਲ ਕਿੰਨੇ ਪ੍ਰਾਪਤ ਹੋਏ ਆ 16 ਪ੍ਰਾਪਤ ਹੋਏ ਆ। ਤਾਂ ਅਸੀਂ ਕਿਸੇ ਵੀ ਸੰਖਿਆ ਦੇ ਗੁਣਨਖੰਡਾਂ ਨੂੰ ਗਿਣ ਸਕਦੇ ਹਾਂ, ਕਿਉਂਕਿ ਗੁਣਨਖੰਡ ਜਿਹੜੇ ਹੁੰਦੇ ਨੇ ਸਾਡੇ ਕੋਲ ਉਹ ਸੀਮਿਤ ਮਾਤਰਾ ਵਿੱਚ ਹੁੰਦੇ ਹਨ।